भाजी यार पीछे आ जाओ भाई। हरजीत भा वेला फिर रात वाला काम एक मिनट इधर फोटो करा लो थोड़ा पीछे जी आंदा भाजी एक मिनट ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਨਾਲ ਫੋਟੋਆਂ ਆਉਂਦੀਆਂ ਰਹੀਆਂ ਸੀ। ਆਪਾਂ ਬੀਜੇਪੀ ਆਗੂ ਜਿਹੜੇ ਐਮਪੀ ਨੇ ਆਪਾਂ ਹਾਂਜੀ ਸਨੀ ਦਿਓਲ ਜੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਰਹੇ ਆ। ਹਾਂਜੀ ਹਾਂਜੀ ਅੱਜ ਉਹ ਤੋੜ ਵਿਛੋੜਾ ਹੋ ਚੁੱਕਾ ਕਿ ਉੱਥੇ ਵੀ ਟਾਈਮ ਹੈ ਜੀ? ਨਹੀਂ ਜੀ, ਉਹ ਤੋੜ ਵਿਛੋੜਾ ਬਿਲਕੁਲ ਉਦੋਂ ਹੀ ਹੋ ਗਿਆ ਸੀ ਜਦੋਂ ਮੈਂ ਸਾਰੀ ਜਿਹੜੀ ਉਹਨਾਂ ਦੀ ਪੋਲਿਟਿਕਸ ਆ ਸੈਂਟਰ ਦੀ ਉਹਦੇ ਉਲਟ ਸਟੈਂਡ ਲੈ ਗਿਆ ਸੀ। ਹੁਣ ਉਹ ਤੁਸੀਂ ਬੜੇ ਕਲੋਜ਼ਲੀ ਉਦੋਂ ਮੈਨੂੰ ਵਾਚ ਵੀ ਕੀਤਾ। ਮੇਰਾ ਰਿਸ਼ਤਾ ਸਿਰਫ ਸਨੀ ਦਿਓਲ ਬਾਈ ਨਾਲ ਸੀ, ਬੀਜੇਪੀ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਸੀ। ਉਹਨਾਂ ਨੇ ਉਸ ਵੇਲੇ ਜ਼ੋਰ ਵੀ ਲਾ ਲਿਆ ਵੀ ਮੈਂ ਬੀਜੇਪੀ ਜੁਆਇਨ ਕਰਾਂ। ਮੇਰੀ ਕੋਈ ਬੀਜੇਪੀ ਦਾ ਨਾਲ ਨਾ ਐਸੋਸੀਏਸ਼ਨ ਰਹੀ ਆ, ਨਾ ਮੈਂ ਕਦੇ ਜੁਆਇਨ ਕੀਤੀ ਆ। ਸਨੀ ਦਿਓਲ ਨੂੰ ਮੈਂ ਆਪਦਾ ਭਰਾ ਮੰਨਦਾ ਸੀ, ਉਹ ਮੈਨੂੰ ਛੋਟਾ ਭਰਾ ਮੰਨਦਾ ਸੀ ਤੇ ਮੈਂ ਸਨੀ ਦਿਓਲ ਬਾਈ ਲਈ ਆ ਕੇ ਚੋਣਾਂ 'ਚ ਉਹਦੇ ਲਈ ਖੜ ਗਿਆ ਸੀ, ਹੈ ਨਾ। ਪਰ ਇਹ ਗੱਲਾਂ ਤਾਂ ਬੜੇ ਸਮੇਂ ਤੋਂ ਆਪਾਂ ਸਪਸ਼ਟੀਕਰਨ ਦੇ ਲਈ ਪ੍ਰਤੱਖ ਕਰ ਲਈਆਂ। ਹੁਣ ਆਪਣਾ ਸਪਸ਼ਟੀਕਰਨ ਦੇਣ ਦਾ ਟਾਈਮ ਨਹੀਂ ਆ, ਹੁਣ ਤਾਂ ਸਵਾਲ ਪੁੱਛਣ ਦਾ ਟਾਈਮ ਆ। ਨੈਕਸਟ ਕੀ ਰਹੇਗਾ ਜੀ? ਸੋਸ਼ਲ ਮੀਡੀਆ ਦੀ ਗੱਲ ਕਰੀਏ, ਸੋਸ਼ਲ ਮੀਡੀਆ ਤੇ ਭਾਵੇਂ ਬਹੁਤ ਕੁਝ ਆ ਚੁੱਕਾ, ਕਿਤੇ ਕਿਸਾਨੀ ਸੰਘਰਸ਼ ਦੇ ਉੱਤੇ ਫਿਲਮ ਬਣਨ ਦੀ ਲੋੜ ਹੈ। ਦੇਖੋ, ਫਿਲਮ ਕਿਸਾਨੀ ਸੰਘਰਸ਼ ਤੇ ਉਹ ਬੰਦਾ ਬਣਾਵੇ ਜਿਹੜਾ ਪਹਿਲਾਂ ਇੰਟੈਲੈਕਚੁਅਲੀ ਇਹਨੂੰ ਐਨਾਲਿਸਿਸ ਕਰੇ ਵੀ ਕਿਵੇਂ ਸੰਘਰਸ਼ ਚੱਲਿਆ, ਇਹਦੀਆਂ ਪਰਤਾਂ ਕੀ ਆ, ਇਹਦੀਆਂ ਗਲਾਈਆਂ ਕੀ ਆ। ਤੁਸੀਂ ਉਹੀ ਬਿਨਾਂ ਸਟੱਡੀ ਤੋਂ ਉਹ ਗਲਾਈਆਂ ਨੂੰ ਜਾਂਚੇ ਪਰਖੇ ਬਿਨਾਂ ਜੇ ਤੁਸੀਂ ਫਿਲਮ ਬਣਾਓਗੇ ਤੇ ਤੁਸੀਂ ਕਿਵੇਂ ਐਨਾਲਿਸਿਸ ਕਰ ਸਕਦੇ ਹੋ? ਉਹਦੇ ਲਈ ਤੁਹਾਨੂੰ ਇਹਦਾ ਅਨੁਭਵ ਹੋਣਾ ਵੀ ਜ਼ਰੂਰੀ ਹੈ ਕਿਸਾਨੀ ਸੰਘਰਸ਼ ਦਾ, ਤੇ ਤੁਹਾਡੇ ਕੋਲੇ ਆਪਦਾ ਕੋਈ ਇੰਟੈਲੈਕਚੁਅਲ ਕੈਲੀਬਰ ਹੋਣਾ ਵੀ ਬੜਾ ਜ਼ਰੂਰੀ ਹੈ। ਦੋਨਾਂ ਦਾ ਸੁਮੇਲ। ਅਨੁਭਵ ਹੋਇਆ, ਆਪ ਫਿਲਮਾਂ ਬਣਾ ਸਕਦਾ, ਸਾਰਾ ਪ੍ਰੋਡਕਸ਼ਨ ਆਪਣੇ ਕੋਲ ਆ। ਹਾਂਜੀ, ਕੀ ਦੀਪ ਸਿੱਧੂ ਉਹ ਕਿਸਾਨੀ ਸੰਘਰਸ਼ ਤੇ ਫਿਲਮ ਬਣਾਏਗਾ? ਦੇਖੋ, ਫਿਲਮ ਮੈਂ ਕੋਈ ਦਾਅਵਾ ਨਹੀਂ ਕਰ ਰਿਹਾ ਵੀ ਫਿਲਮ ਬਣਾਵਾਂਗੇ, ਪਰ ਕਿਸਾਨੀ ਸੰਘਰਸ਼ ਦਾ ਮੁੱਢ ਕਿੱਥੋਂ ਵੱਜਿਆ, ਹੈ ਨਾ। ਇੱਕ ਗੱਲ ਮੈਂ ਕਰਨੀ ਚਾਹਣਾ, ਇਹਨੂੰ ਬੜੇ ਧਿਆਨ ਨਾਲ ਆਪਾਂ ਸੁਣੀਏ। ਕਿਸਾਨੀ ਸੰਘਰਸ਼ ਇਸ ਵੱਡੇ ਲੈਵਲ ਤੇ ਜਾ ਕੇ ਲਾਮਬੰਦੀ ਕਿਉਂ ਹੋਈ ਕਿਸਾਨੀ ਸੰਘਰਸ਼ ਦੀ? ਆਓ ਜੀ, ਆਓ ਜੀ, ਆਓ ਜੀ ਬਾਬਾ ਜੀ, ਆਓ ਜੀ ਨਵੀਨ ਸਿੰਘ ਜੀ, ਪਲੀਜ਼ ਆਓ। ਤੇ ਇਹ ਤਾਂ ਹੋਈ ਕਿਉਂਕਿ ਇਹ ਪ੍ਰੋਪੇਗੈਂਡੇ ਦਾ ਸੰਘਰਸ਼ ਨਹੀਂ ਸੀ, ਇਹ ਪਰਸਪੈਕਟਿਵ ਦਾ ਸੰਘਰਸ਼ ਸੀ। ਜਿਹੜੇ ਪ੍ਰੋਪੇਗੈਂਡੇ ਦੇ ਸੰਘਰਸ਼ ਹੁੰਦੇ ਆ ਨਾ, ਉਹ ਇੰਡੀਆ ਲੰਬੇ ਨਹੀਂ ਟਿਕਦੇ ਹੁੰਦੇ। ਇੱਥੇ ਅਸੀਂ ਇੱਕ ਪਰਸਪੈਕਟਿਵ ਲੈ ਕੇ ਗਏ ਵੀ ਸਾਡੇ ਨਾਲ ਉਹ ਧੱਕਾ ਕਰ ਰਹੇ ਆ, ਸਾਡੀ ਸਪੇਸ 'ਚ ਆ ਕੇ, ਕਿਸਾਨਾਂ ਦੀ ਸਪੇਸ 'ਚ ਆ ਕੇ ਉਹ ਨਵੇਂ ਕਾਨੂੰਨ ਬਣਾ ਰਹੇ ਆ ਜਿਹੜਾ ਸਟੇਟ ਸਬਜੈਕਟ ਆ, ਤੇ ਇਸ ਨਵੇਂ ਕਾਨੂੰਨ ਬਣਾ ਕੇ ਸਾਡੀਆਂ ਜ਼ਮੀਨਾਂ ਹਥਿਆ ਲੈਣਗੇ। ਇੱਕ ਪਰਸਪੈਕਟਿਵ ਜਦੋਂ ਲੋਕਾਂ ਨੂੰ ਸਮਝ ਆਇਆ ਨਾ, ਫਿਰ ਲੋਕ ਖੜੇ ਹੋ ਗਏ ਨਾਲ। ਸੋ ਪਿੱਛੇ ਸਪਿਰਿਟ ਲੜੀ ਜਿਹੜੀ, ਉਹ ਪੰਥਕ ਸਪਿਰਿਟ ਨੇ ਲੜਾਈ। ਅੱਜ ਦੇਖੋ ਟਕੈਤ ਸਾਹਿਬ ਜਾ ਕੇ ਵੀ ਇਹ ਗੱਲ ਕਰ ਰਹੇ ਆ ਵੀ ਕਿਸੇ ਵੀ, ਹਾਲਾਂਕਿ ਆਪਾਂ ਕਿਸੇ ਦੇ ਹੋਰ ਸਾਨੂੰ ਕੌਮ ਨੇ ਹੈਲਪ ਨਹੀਂ ਕੀਤੀ, ਪਰ ਜਿੰਨੇ ਲੰਗਰ ਚਲਾਏ ਸਿੱਖਾਂ ਨੇ ਚਲਾਏ, ਜਿੰਨੀ ਸੇਵਾ ਕੀਤੀ ਸਿੱਖਾਂ ਨੇ ਕੀਤੀ। ਇਹ ਉੱਥੇ ਵਾਸ਼ਿੰਗ ਮਸ਼ੀਨ ਵੀ ਰੱਖ ਕੇ ਕੱਪੜੇ ਵੀ ਧੋਂਦੇ ਰਹੇ, ਇਹ ਪਾਲਸ਼ਾਂ ਵੀ ਕਰਦੇ ਰਹੇ ਬੂਟਾਂ ਦੀਆਂ। ਇਹਨਾਂ ਨੇ ਇਹ ਨਹੀਂ ਦੇਖਿਆ ਵੀ ਕੌਣ ਆਉਂਦਾ, ਇਹਨਾਂ ਨੇ ਲੰਗਰ ਛਕਾ ਦੁੱਧ ਦੇ, ਬਦਾਮਾਂ ਦੇ, ਪਿੰਨੀਆਂ ਦੇ, ਠੀਕ ਹੈ, ਤੁਸੀਂ ਦਾਲ ਰੋਟੀ ਪਾਣੀ ਕੋਈ ਕਮੀ ਹੋਈ ਨਹੀਂ ਛੱਡੀ। ਸੋ ਤੁਸੀਂ ਦੇਖੋ ਕਿਹੜੀ ਸਪਿਰਿਟ ਉਹ ਸੰਘਰਸ਼ ਲੜ ਰਹੀ ਸੀ। ਸੋ ਇਸ ਕਰਕੇ ਜਦੋਂ ਆਪਾਂ ਇਹ ਸੰਘਰਸ਼ ਦੀ ਗੱਲ ਕਰਾਂਗੇ ਨਾ, ਉਹਦੇ ਤੇ ਇੱਕ ਪਹਿਲਾਂ ਤਾਂ ਐਨਾਲਿਸਿਸ ਕਰਕੇ, ਸਟੱਡੀ ਕਰਕੇ ਇਹ ਸੰਘਰਸ਼ ਦੀਆਂ ਗਲਾਈਆਂ ਸਮਝਣ ਦੀ ਜ਼ਰੂਰਤ ਆ, ਤੇ ਉਦੋਂ ਬਾਅਦ ਫਿਰ ਸੰਘਰਸ਼ ਕਿਸੇ ਵੀ ਵੇ 'ਚ ਸਾਨੂੰ ਦੁਨੀਆ ਸਾਹਮਣੇ ਲੈ ਕੇ ਜਾਣਾ ਚਾਹੀਦਾ, ਕਿਉਂਕਿ ਇਤਿਹਾਸਕ ਜਿੱਤ ਆ, ਇਤਿਹਾਸਕ ਸੰਘਰਸ਼ ਆ। ਤੇ ਸਰਕਾਰ ਕਿਉਂ ਝੁਕੀ ਆ, ਕਿਸ ਸਿਦਕ ਤੇ ਜਾਬਤੇ ਦੀ ਜਿੱਤ ਹੋਈ ਆ, ਕਿਸ
ਸਪੇਸ 'ਚ ਰਹਿ ਕੇ ਗੁਰੂ ਦਾ ਅਸੀਂ ਭਾਣਾ ਮੰਨ ਕੇ ਲੜੇ ਆ, ਇਹ ਗੱਲਾਂ ਜ਼ਰੂਰ ਦੁਨੀਆ ਦੇ ਸਾਹਮਣੇ ਆਉਣੀਆਂ। ਐਵਰੀ ਪਾਲਿਸੀ ਇਜ਼ ਮੇਡ ਫॉर ਕਾਰਪੋਰੇਟ ਆਬਜੈਕਟਿਵ। ਨਾਓ ਇਫ ਪਾਲਿਸੀਜ਼ ਆਰ ਮੇਡ ਫॉर ਕਾਰਪੋਰੇਟ ਆਬਜੈਕਟਿਵ ਤਾਂ ਕਾਰਪੋਰੇਟ ਕੰਪਨੀਆਂ ਕੀ ਚਾਹੁੰਦੀਆਂ, ਉਹਨਾਂ ਨੂੰ ਹੱਦਾਂ ਨਹੀਂ ਚਾਹੀਦੀਆਂ, ਸਰਹੱਦਾਂ ਨਹੀਂ ਚਾਹੀਦੀਆਂ। ਹੌਲੀ ਹੌਲੀ ਤੁਸੀਂ ਦੇਖੋਗੇ ਇਹ ਹੱਦਾਂ ਸਰਹੱਦਾਂ ਮਿਟ ਜਾਣਗੀਆਂ, ਕਿਉਂਕਿ ਉਹ ਇਹ ਚਾਹੁੰਦੇ ਆ ਵੀ ਸਾਡਾ ਜਿਹੜਾ ਪ੍ਰੋਡਕਟ ਆ ਉਹ ਇਕੱਲੇ ਇੰਡੀਆ 'ਚ ਕਿਉਂ ਵਿਕੇ, ਉਹ ਤਾਂ ਆਸੇ-ਪਾਸੇ ਜਾਂ ਹੋਰ ਵੀ ਪਾਸੇ ਵਿਕੇ, ਕਸਟਮ ਡਿਊਟੀ ਉਹਦੇ ਤੇ 0% ਲੱਗੇ, ਤੇ ਉਹ ਫੰਡ ਕਰਦੀਆਂ ਸਰਕਾਰਾਂ ਨੂੰ, ਸਰਕਾਰ ਉਹਨਾਂ ਨੂੰ ਅਕੋਮੋਡੇਟ ਕਰਦੀ ਆ। ਸੋ ਇਹ ਤਾਂ ਇੱਕ ਕੈਪੀਟਲਿਸਟਿਕ ਵਰਲਡ ਦੀ ਇੱਕ ਲੋੜ ਬਣ ਗਈ ਆ ਵੀ ਹੱਦਾਂ ਸਰਹੱਦਾਂ ਉਹਨਾਂ ਨੂੰ ਖੋਲ੍ਹਣੀਆਂ ਪੈਣਗੀਆਂ ਆਉਣ ਵੇਲੇ। ਇਹ ਇਕਨੋਮਿਕਲ ਜਿਹੜੇ ਰੀਜ਼ਨਸ ਆ ਨਾ, ਇਹੀ ਡਰਾਈਵ ਕਰਦੇ ਆ ਹੁਣ ਜਿਹੜੀਆਂ ਸਟੇਟ ਦੀਆਂ ਪਾਲਿਸੀਜ਼ ਨੂੰ। ਸੋ ਤੁਸੀਂ ਇਹਦੇ ਪਿੱਛੇ ਨਾ ਬੜੇ ਰੀਜ਼ਨਸ ਹੁੰਦੇ ਆ, ਜੋ ਅੱਗੇ ਚੱਲ ਰਿਹਾ ਹੁੰਦਾ ਉਹ ਪੋਲਿਟਿਕਸ ਨਹੀਂ ਹੁੰਦੀ, ਪੋਲਿਟਿਕਸ ਉਹਦੇ ਪਿੱਛੇ ਕੀ ਹੋ ਰਿਹਾ ਉਹ ਹੁੰਦੀ ਆ। ਲੇਕਿਨ ਹੁਣ ਮਜ਼ਦੂਰਾਂ ਦਾ ਕਹਿਣਾ ਇਹ ਹੈ ਕਿ ਜਦੋਂ ਨਾਰਾ ਸ਼ੁਰੂ ਕੀਤਾ ਗਿਆ ਸੀ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਕੀਤੀ ਗਈ ਸੀ, ਲੇਕਿਨ ਮਜ਼ਦੂਰਾਂ ਨੂੰ ਭੁੱਲਦੇ ਗਏ ਆ। MSP ਲੈ ਲਾਂਗੇ, ਲੇਕਿਨ ਜੇਕਰ ਆਟਾ 200 ਰੁਪਏ ਕਿਲੋ ਹੋ ਗਿਆ ਤਾਂ ਕਹਿੰਦੇ ਅਸੀਂ ਕਿਸ ਤਰ੍ਹਾਂ ਰਵਾਂਗੇ। ਐਬਸੋਲੂਟਲੀ ਉਹੀ ਆਪਾਂ ਗੱਲ ਕਰ ਰਹੇ ਹਾਂ ਨਾ। ਇਹ ਕਹਿੰਦੇ ਕਿ ਇਹਨਾਂ ਨੂੰ ਚਾਹੀਦਾ ਸੀਗਾ ਕਿ ਮਜ਼ਦੂਰਾਂ ਦੀ ਵੀ ਨਾਲ ਜਿਹੜੀ ਸੀ ਗੱਲ ਕਰਨੀ ਚਾਹੀਦੀ। ਯੂ ਆਰ ਐਬਸੋਲੂਟਲੀ ਰਾਈਟ। ਹਜੇ ਤੱਕ ਐਕਚੁਅਲੀ ਤਾਂ ਆਪਾਂ ਦੇਖੀਏ ਤਾਂ ਕਿਸਾਨਾਂ ਦੀ ਵੀ ਨਹੀਂ ਗੱਲ ਹੋਈ। ਕਿਸਾਨਾਂ ਦੀ ਗੱਲ ਕੀ ਹੋਈ ਆ, ਆਉਣ ਵਾਲਾ ਖਤਰਾ ਸੀ ਜਿਹੜਾ ਉਹ ਤੋਂ ਤਾਂ ਆਪਾਂ ਪਿੱਛਾ ਛਡਾ ਲਿਆ, ਪਰ ਐਜ਼ ਇਟ ਇਜ਼ ਜਿਹੜਾ ਸਾਡੇ ਕੋਲੇ ਸਟਰਕਚਰ ਸੀ, ਜਿਹੜੇ ਹਾਲਾਤ ਸੀ, ਉੱਥੇ ਕਿਸਾਨਾਂ ਦਾ ਭਲਾ ਥੋੜੀ ਹੋ ਰਿਹਾ ਸੀ, ਕਿਸਾਨਾਂ ਦਾ ਉੱਥੇ ਵੀ ਭਲਾ ਨਹੀਂ ਹੋ ਰਿਹਾ ਸੀ। ਸੋ ਹੁਣ ਲੀਡਰਸ਼ਿਪ ਤੇ ਇਹ ਰਿਸਪੌਂਸਿਬਿਲਟੀ ਬਣਦੀ ਆ ਵੀ ਲੀਡਰਸ਼ਿਪ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਕਿਵੇਂ ਅਕੋਮੋਡੇਟ ਕਰਦੀ ਆ। ਨਵੀਂ ਜਿਹੜਾ ਪੰਜਾਬ ਪੱਖੀ ਜਾਂ ਕੋਈ ਵੀ ਸਟੇਟ ਆਪਦਾ, ਹਰਿਆਣੇ ਵਾਲੇ ਜਿਵੇਂ ਸਾਡੇ ਕੋਲੇ ਨਵੀਨ ਸਿੰਘ ਜੀ ਖੜੇ ਆ, ਹਰਿਆਣਾ ਨੂੰ ਬਿਲੋਂਗ ਕਰਦੇ ਆ, ਪੰਜਾਬ ਸੈਂਟਰਿਕ ਮਾਡਲ, ਹਰਿਆਣਾ ਸੈਂਟਰਿਕ ਮਾਡਲ ਖੇਤੀਬਾੜੀ ਤੇ ਇਹ ਲੈ ਕੇ ਆਉਣਗੇ ਕਿ ਨਹੀਂ ਸਰਕਾਰਾਂ ਤੋਂ, ਕਿ ਸੈਂਟਰਲ ਪਾਲਿਸੀਜ਼ ਹੀ ਚੱਲਣਗੀਆਂ, ਕਿ ਸਾਡੀ ਡਿਪੈਂਡੇਬਿਲਿਟੀ ਸੈਂਟਰ ਤੇ ਇਨਕਰੀਜ਼ ਹੋਊਗੀ, ਅਸੀਂ ਸੈਲਫ ਡਿਪੈਂਡੈਂਟ ਕਰਾਂਗੇ ਆਪਦੇ ਆਪ ਨੂੰ ਕਿ ਨਹੀਂ। ਇਹ ਗੱਲਾਂ ਆਉਣ ਵਾਲੇ ਸਮੇਂ 'ਚ ਹੀ ਇਹਦੇ ਜਵਾਬ ਮਿਲਣੇ ਆ। ਇਹ ਜਵਾਬ ਮਿਲ ਸਕਦੇ ਸੀ ਜੇ ਅਸੀਂ ਟੇਬਲ ਤੇ ਬੈਠੇ ਹੁੰਦੇ, ਪਰ ਉਹਨਾਂ ਨੇ ਟੇਬਲ ਤੇ ਨਹੀਂ ਬਾਇਆ। ਕਿਉਂ ਨਹੀਂ ਬਾਇਆ? ਦੇਖੋ ਕ੍ਰਿਟੀਕਲੀ ਗੱਲਾਂ ਨੂੰ ਸਮਝੋ। ਅਸੀਂ 26 ਤਰੀਕ ਤੱਕ ਕਿੱਡਾ ਤਕੜੇ ਸੀ ਜੰਗ ਦੇ ਮੈਦਾਨ 'ਚ। ਜਦੋਂ ਤੁਸੀਂ ਜੰਗ ਦੇ ਮੈਦਾਨ 'ਚ ਤਕੜੇ ਜਿੰਨੇ ਹੋਵੋਗੇ ਉਨੇ ਹੀ ਟੇਬਲ ਤੇ ਤਕੜੇ ਹੋਵੋਗੇ। 26 ਤਰੀਕ ਤੋਂ ਪਹਿਲਾਂ ਜਿੰਨੀਆਂ ਮੀਟਿੰਗਾਂ ਹੋਈਆਂ, ਬਾਰ-ਬਾਰ ਸਾਨੂੰ ਬੁਲਾਉਂਦੇ ਗਏ ਤੇ ਮੀਟਿੰਗਾਂ 'ਚ ਅਸੀਂ ਉਹਨਾਂ ਨੂੰ ਹਰਾ ਕੇ ਆਉਂਦੇ ਰਹੇ, ਕਿਉਂਕਿ ਸਾਡੇ ਗਰਾਊਂਡ ਤੇ ਅਸੀਂ ਤਕੜੇ ਸੀ। 26 ਤਰੀਕ ਤੋਂ ਬਾਅਦ ਸਾਨੂੰ ਗਦਾਰੀਆਂ ਦੇ ਸਰਟੀਫਿਕੇਟ ਦੇ ਕੇ ਤੇ ਤੁਸੀਂ ਆਪਦੇ ਹੀ ਬੰਦੇ ਉੱਥੋਂ ਕੱਢਤੇ ਤੇ ਕਮਜ਼ੋਰ ਕਰ ਲਿਆ ਮੋਰਚਾ। ਉਹਨਾਂ ਨੇ ਇੱਕ ਵੀ ਵਾਰ ਮੀਟਿੰਗ ਨਹੀਂ ਬੁਲਾਈ। ਸੋ ਹੁੰਦਾ ਕੀ ਆ, ਇਹ ਸਰਕਾਰ ਨੇ ਸਾਡੇ ਨਾਲ ਕੀਤਾ ਕੀ ਵੀ ਪਹਿਲਾਂ ਕਾਨੂੰਨ ਬਣਾਤੇ, ਲਾਗੂ ਵੀ ਨਹੀਂ ਕੀਤੇ ਹੋਏ ਸੀ ਹਜੇ ਪੂਰੀ ਤਰ੍ਹਾਂ ਤਾਂ ਉਹਦਾ ਇਫੈਕਟ ਆਏ ਨਹੀਂ ਸੀ ਨਾ, ਤੇ ਅਸੀਂ ਉਹਦੇ ਲਈ ਸੰਘਰਸ਼ ਕੀਤਾ। 700 ਆਪਦੀਆਂ ਜਾਨਾਂ ਬੰਦੇ ਕੁਰਬਾਨ ਕਰ ਗਏ। ਇਹੋ ਜਿਹੇ ਸਿੰਘ ਆ ਉੱਥੋਂ ਦੇ, ਜਿਹੜੇ ਨਵੀਨ ਸਿੰਘ ਜੀ ਆ, ਆਪਣੇ ਜੱਗੀ ਬਾਬਾ ਜੀ ਆ, ਰਣਜੀਤ ਆ, ਹੈ ਨਾ, ਇਹੋ ਜਿਹੇ ਸਿੰਘ ਆ ਜਿਹੜੇ ਜਿਨ੍ਹਾਂ ਨੂੰ ਕ੍ਰੈਡਿਟ ਦੇਣਾ ਚਾਹੀਦਾ, ਜਿਨ੍ਹਾਂ ਨੇ ਸੰਘਰਸ਼ ਲੜਿਆ ਅਸਲੀ ਖੜ ਕੇ। ਸੋ ਇਹਨਾਂ ਬੰਦਿਆਂ ਨੇ ਉੱਥੇ ਕਿੱਡੀਆਂ ਕੁਰਬਾਨੀਆਂ ਕੀਤੀਆਂ। ਉਦੋਂ ਬਾਅਦ ਇੱਕ ਦਿਨ ਉਹ ਉੱਠੇ ਸਵੇਰੇ, ਔਰ ਮੈਂ ਤਾਂ ਇੱਥੋਂ ਤੱਕ ਗੱਲ ਸੁਣੀ ਵੀ ਈਵਨ ਜਿਹੜੇ ਐਗਰੀਕਲਚਰਲ ਮਿਨਿਸਟਰ ਆ ਉਹਨਾਂ ਨੂੰ ਵੀ ਨਹੀਂ ਪਤਾ ਸੀ ਵੀ ਕਾਨੂੰਨ ਰੱਦ ਹੋ ਰਹੇ ਆ। ਉਹਨਾਂ ਨੇ ਵੀ TV ਤੇ ਸੁਣਿਆ। ਇਹ ਹਰ ਵੇਲੇ ਦੇਖੋ, ਇਹਨਾਂ ਨੇ ਉਸ ਵੇਲੇ ਵੀ ਜਦੋਂ ਇਹਨਾਂ ਨੇ ਨੋਟਬੰਦੀ ਕੀਤੀ ਆ ਉਦੋਂ ਵੀ ਐਂ ਕੀਤਾ ਸੀ। ਉਦੋਂ ਕਹਿੰਦੇ ਵੀ ਉਸ ਵੇਲੇ ਫਾਈਨੈਂਸ ਮਿਨਿਸਟਰ ਨੂੰ ਵੀ ਨਹੀਂ ਪਤਾ ਸੀ, ਇੱਥੇ ਐਗਰੀਕਲਚਰ ਮਿਨਿਸਟਰ ਨੂੰ ਵੀ ਨਹੀਂ ਪਤਾ ਸੀ ਵੀ ਕਾਨੂੰਨ ਰੱਦ ਹੋ ਰਹੇ ਆ। ਤੇ ਉਹ ਰਾਤ ਨੂੰ, ਮਤਲਬ ਅਸੀਂ ਸਵੇਰੇ ਸੁੱਤੇ ਪਏ ਆ, ਲੋਕ ਲੀਡਰ ਵੀ ਸੁੱਤੇ ਪਏ ਆ, ਤੇ ਕਾਨੂੰਨ ਰੱਦ ਹੋ ਗਏ, ਤੇ ਅਸੀਂ ਉਦੋਂ ਬਾਅਦ ਜਿੱਤ ਮਨਾਉਂਦੇ ਵਾਪਸ ਆ ਰਹੇ ਹਾਂ। ਚਲੋ ਸੈਂਸ ਆਫ ਵਿਕਟਰੀ ਬੜੀ ਇੰਪੋਰਟੈਂਟ ਆ, ਪਰ ਉਹਦੇ ਪਿੱਛੇ ਕੀ ਚੱਲ ਰਿਹਾ ਇਹ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਆ। ਇਹ ਤੋਂ ਬਿਨਾਂ ਅਸੀਂ ਖਤਾ ਖਾ ਜਾਾਂਗੇ। ਦੀਪ ਭਾਈ, ਲੱਗਦਾ ਨਹੀਂ ਕਿ ਥੋੜਾ ਚਿਰ ਹੋਰ ਵੇਟ ਕਰ ਲੈਂਦੇ ਤੇ ਸ਼ਾਇਦ ਸਭ ਕੁਝ ਮਿਲ ਸਕਦਾ ਸੀਗਾ? ਦੇਖੋ ਇਹ ਨਹੀਂ ਗੱਲ ਹੁੰਦੀ। ਵੇਟ, ਜਦੋਂ ਲੀਡਰਸ਼ਿਪ ਕੋਲੇ ਨਾ ਵਿਜ਼ਨਰੀ ਹੋਣਾ ਉਹਨਾਂ ਦਾ ਬਹੁਤ ਜ਼ਰੂਰੀ ਹੈ। ਲੀਡਰਸ਼ਿਪ ਕੀ ਹੁੰਦੀ ਹੈ? ਲੀਡਰਸ਼ਿਪ ਆਮ ਲੋਕਾਂ ਵਾਂਗੂ ਨਹੀਂ ਸੋਚਦੀ। ਲੀਡਰਸ਼ਿਪ ਦੂਰਦਰਸ਼ੀ ਹੁੰਦੀ ਆ। ਉਹਨਾਂ ਕੋਲੇ ਵਿਜ਼ਨ ਹੁੰਦਾ, ਉਹਨਾਂ ਨੇ 10 ਸਾਲ 20 ਸਾਲ ਅੱਗੇ ਦੀ ਸੋਚਣੀ ਹੁੰਦੀ ਆ। ਸੋ ਹੋ ਤਾਂ ਬੜਾ ਕੁਝ ਸਕਦਾ ਸੀ, ਪਰ ਜੋ ਹੋਇਆ ਉਹ ਵੀ ਗੁਰੂ ਦੀ ਬਖਸ਼ ਨਾਲ ਹੋਇਆ। ਅੱਜ ਉਹਦੇ ਸ਼ੁਕਰਾਨੇ 'ਚ ਰਹਿ ਕੇ ਇਸ ਸੈਂਸ ਆਫ ਵਿਕਟਰੀ ਨੂੰ ਇੰਜੋਏ ਕਰੀਏ। ਪਰ ਆਉਣ ਵਾਲੇ ਸਮੇਂ 'ਚ ਅਸੀਂ ਕੀ ਸਿਰਜ ਸਕਦੇ ਹਾਂ, ਇਹਦੇ ਲਈ ਸਾਨੂੰ ਇਕੱਠੇ ਹੋ ਕੇ ਤੇ ਬੜੀ ਸੁਹਿਰਦਤਾ ਨਾਲ ਚੱਲਣਾ ਪਊਗਾ। ਸਾਡੇ ਇੰਟੈਲੈਕਚੁਅਲ ਕੈਲੀਬਰ ਨੂੰ ਵੀ ਚੱਕਣਾ ਪਊਗਾ ਤੇ ਸਾਨੂੰ ਵਿਜ਼ਨਰੀ ਅਪਰੋਚ ਵੀ ਰੱਖਣੀ ਪਊਗੀ।